ਪੰਜਾਬ ਤੇ ਹਰਿਆਣਾ ਦਾ ਇੱਕ ਪ੍ਰਸਿੱਧ ਨਾਮ ਹੈ ਬ੍ਰਿਲਸ ਇੰਸਟੀਚਿਊਟ। ਆਇਲਸ ਖੇਤਰ ਦਾ ਇੱਕ ਕਾਫੀ ਵੱਡਾ ਨਾਮ ਹੈ। ਆਪਾਂ ਜਾਣਦੇ ਹਾਂ ਕਿ ਇਹ ਨਾਮ ਇੱਦਾਂ ਤਾਂ ਨਹੀਂ ਬਣਿਆ ਹੋਣਾ, ਇਹਦੇ ਵਾਸਤੇ ਕਈ ਤਰ੍ਹਾਂ ਦੀਆਂ ਘਾਲਨਾਵਾਂ ਘਾਲੀਆਂ ਗਈਆਂ ਤੇ ਇਹਦੇ ਜਿਹੜੇ ਨਿਰਮਾਤਾ ਨੇ ਉਹ ਮੇਰੇ ਨਾਲ ਨੇ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਸਿਦੜਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ, ਧੰਨਵਾਦ ਸਰ। ਦੇਖੋ, ਮੈਂ ਸਮਝਦਾ ਹਾਂ ਕਿ ਕੋਈ ਵੀ ਸੰਘਰਸ਼ ਹੁੰਦਾ ਹੈ, ਉਹ ਭਾਵੇਂ ਆਪਦਾ ਹੋਵੇ ਭਾਵੇਂ ਬੇਗਾਨਾ ਹੋਵੇ, ਉਹ ਸੰਘਰਸ਼ ਹਰੇਕ ਨੂੰ ਕੁਛ ਨਾ ਕੁਛ ਸਿਖਾਉਂਦਾ ਜ਼ਰੂਰ ਹੈ। ਤੇ ਮੈਂ ਚਾਹਾਂਗਾ ਕਿ ਤੁਸੀਂ ਵੀ ਆਪਦੇ ਸੰਘਰਸ਼ ਦੀ ਕਹਾਣੀ, ਕਿਉਂਕਿ ਇਹ ਬ੍ਰਿਲਸ ਇੰਸਟੀਚਿਊਟ ਬਣਿਆ, ਤੁਸੀਂ ਪਹਿਲਾਂ ਪੱਤਰਕਾਰੀ ਕਰਦੇ ਰਹੇ, ਤੇ ਉੱਥੋਂ ਲੈ ਕੇ ਹੁਣ ਤੱਕ ਦੀ ਕਹਾਣੀ ਉਹ ਕਿਵੇਂ ਜੇ ਰਹੀ, ਤਾਂ ਕਿ ਮੈਂ ਵੀ ਕੁਝ ਸਿੱਖਾਂ, ਸਾਡੇ ਦਰਸ਼ਕ ਵੀ ਸਿੱਖਣ ਤੇ ਵਿਦਿਆਰਥੀਆਂ ਦੇ ਵੀ ਕੋਈ ਗੱਲ ਪੱਲੇ ਪਵੇ। 2005 ਦੇ ਵਿੱਚ ਬ੍ਰਿਲਸ ਇੰਸਟੀਚਿਊਟ ਬਠਿੰਡਾ ਦੇ ਵਿੱਚ ਖੋਲ੍ਹੀ ਗਈ। ਹਾਂਜੀ। ਇਸ ਤੋਂ ਪਹਿਲਾਂ ਹਾਂਜੀ। ਮਤਲਬ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਇੰਡੀਅਨ ਐਕਸਪ੍ਰੈਸ ਹਾਂਜੀ ਅਤੇ ਦਾ ਟ੍ਰਿਬਿਊਨ ਅਖਬਾਰਾਂ ਦੇ ਵਿੱਚ ਪ੍ਰੈਸ ਰਿਪੋਰਟਰ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ। ਠੀਕ। ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਇੱਕ ਮੈਗਜ਼ੀਨ ਨਿਕਲਦਾ ਸੀਗਾ, ਕੰਪੀਟੀਸ਼ਨ ਦਾ ਮੈਗਜ਼ੀਨ, ਜਿਹੜਾ ਕਿ ਆਪਣੇ ਜ਼ਮਾਨੇ ਦਾ ਬਹੁਤ ਮਸ਼ਹੂਰ ਇੱਕ ਮੈਗਜ਼ੀਨ ਸੀਗਾ ਕੰਪੀਟੀਸ਼ਨ ਵਾਸਤੇ। ਹਾਂਜੀ। ਕੰਪੀਟੀਸ਼ਨ ਕੰਪੈਨੀਅਨ। ਮੈਂ ਉਸ ਦਾ ਐਡੀਟਰ ਹਾਂਜੀ ਰਿਹਾ ਤੇ ਐਡੀਟਰ ਵਜੋਂ ਉਹਦਾ ਕੰਮ ਕਰਨ ਦਾ ਮੌਕਾ ਮਿਲਿਆ। ਠੀਕ ਹੈ ਜੀ। ਠੀਕ ਹੈ। ਲੇਕਿਨ 2005 ਦੇ ਵਿੱਚ ਬਠਿੰਡਾ ਆ ਕੇ ਹਾਂਜੀ। ਬ੍ਰਿਲਸ ਇੰਸਟੀਚਿਊਟ ਦੀ ਸਥਾਪਨਾ ਕੀਤੀ ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੀ ਕਹਾਣੀ ਤੁਹਾਨੂੰ ਪਤਾ ਹੀ ਹੈ ਹਾਂਜੀ। ਕਿ ਅੱਜ ਬ੍ਰਿਲਸ ਇੰਸਟੀਚਿਊਟ ਪਟਿਆਲਾ ਦੇ ਵਿੱਚ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਅਤੇ ਅੰਬਾਲਾ ਵਿੱਚ ਵੀ ਆਪਣੀਆਂ ਸੇਵਾਵਾਂ ਸਟੂਡੈਂਟਸ ਨੂੰ ਦੇ ਰਿਹਾ ਹੈ। ਇਸ ਤੋਂ ਅੱਛਾ ਇਲਾਵਾ ਸਰ, ਜਿਸ ਤਰ੍ਹਾਂ ਹੁੰਦਾ ਕਿ ਤੁਸੀਂ ਆਇਲਸ ਪੜ੍ਹਾ ਰਹੇ ਹੋ, ਆਇਲਸ ਪੜ੍ਹਾਉਣਾ ਜਾਂ ਸਿੱਖਣਾ ਸਿਖਾਉਣਾ ਕਿੰਨਾ ਕੁ ਔਖਾ ਤੇ ਕਿੰਨਾ ਕੁ ਸੌਖਾ ਹੈ? ਦੇਖੋ, ਇਸ ਤਰ੍ਹਾਂ ਹੈ ਬਲਵਿੰਦਰ ਜੀ, ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਕੋਈ ਔਖਾ ਹੈ। ਹਾਂ, ਦੇਖੋ, ਸਾਨੂੰ ਇੱਕ ਮਿਨੀਮਮ ਰਿਕੁਆਇਰਮੈਂਟ ਹੁੰਦੀ ਹੈ, ਇੰਗਲਿਸ਼ ਦਾ ਇੱਕ ਲੈਵਲ ਹੋਣਾ ਚਾਹੀਦਾ ਹੈ। ਹਾਂਜੀ। ਲੇਕਿਨ ਇੱਕ ਡਿਫਰੈਂਟ ਹੈ ਆਮ ਇੰਗਲਿਸ਼ ਨਾਲੋਂ ਇਸ ਤਰ੍ਹਾਂ ਦੇ ਨਾਲ ਕਿ ਕਿਉਂਕਿ ਇਹ ਜਿਹੜਾ ਐਗਜ਼ਾਮ ਹੈ ਇਹਨੂੰ ਇਸ ਤਰ੍ਹਾਂ ਨਾਲ ਇਹਨੂੰ ਬਣਾਇਆ ਗਿਆ ਹੈ ਇਸ ਨੂੰ ਕਿ ਇਹਦੇ ਵਾਸਤੇ ਸਾਨੂੰ ਵੱਖਰੇਪਨ ਦੀ ਲੋੜ ਹੁੰਦੀ ਹੈ। ਵੱਖਰਾਪਨ ਇਨ ਦਾ ਸੈਂਸ, ਜਿਸ ਤਰ੍ਹਾਂ ਨਾਲ ਇਹਦੇ ਵਿੱਚ ਰਾਈਟਿੰਗ ਮੋਡਿਊਲ ਹੁੰਦਾ ਹੈ, ਹਾਂਜੀ, ਉਹਦੇ ਵਿੱਚ ਸਪੈਸ਼ਲੀ ਪੈਰਾਮੀਟਰਸ ਹੁੰਦੇ ਨੇ। ਠੀਕ ਹੈ। ਮਤਲਬ ਕਿ ਉਹ ਪੈਰਾਮੀਟਰਸ ਦੇ ਮੁਤਾਬਕ ਹੀ ਤੁਸੀਂ ਲਿਖਣਾ ਹੁੰਦਾ ਹੈ। ਹਾਂਜੀ। ਔਰ ਇਹ ਬ੍ਰਿਲਸ ਦੀ ਖਾਸੀਅਤ ਹੀ ਇਹੀ ਹੈ ਕਿ ਸਟੂਡੈਂਟਸ ਨੂੰ ਜੋ ਰਾਈਟਿੰਗ ਹੈ ਉਹ ਉਹਨਾਂ ਨੂੰ ਉਹਨਾਂ ਦੇ ਪੈਰਾਮੀਟਰਸ ਦੇ ਅਨੁਸਾਰ ਹੀ ਸਿਖਾਈ ਜਾਂਦੀ ਹੈ। ਤਾਂ ਇਹੀ ਕਾਰਨ ਹੈ ਕਿ ਉਹ ਜਿਹੜੀਆਂ ਚੀਜ਼ਾਂ ਕਰਕੇ ਬ੍ਰਿਲਸ ਇੰਸਟੀਚਿਊਟ ਦਾ ਜਿਹੜਾ ਰਿਜ਼ਲਟ ਹੈ ਹਾਂਜੀ ਉਹ ਸ਼ਾਨਦਾਰ ਹੁੰਦਾ ਹੈ। ਤੇ ਤੁਹਾਨੂੰ ਪਤਾ ਹੀ ਹੈ ਕਿ ਬਲਵਿੰਦਰ ਜੀ, ਸ਼ਾਨਦਾਰ ਰਿਜ਼ਲਟ ਜੋ ਹੈ ਉਹੀ ਕਿਸੇ ਵੀ ਇੰਸਟੀਚਿਊਟ ਦੀ ਜਿਹੜੀ ਸਕਸੈਸ ਹੈ ਉਹਦਾ ਮਤਲਬ ਬੇਸ ਹੁੰਦਾ ਹੈ। ਸਰ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇੱਕ ਬੱਚਾ CBSE ਤੋਂ ਪੜ੍ਹਿਆ, ਇੱਕ ਬੱਚਾ PSB ਤੋਂ ਪੜ੍ਹਿਆ ਹੈਗਾ, ਤਾਂ ਕੁਝ ਪਿੰਡਾਂ ਦੇ ਬੱਚੇ ਨੇ, ਕੁਝ ਸ਼ਹਿਰ ਦੇ ਬੱਚੇ ਨੇ, ਇਹਨਾਂ 'ਚ ਵੀ ਕੋਈ ਡਿਫਰੈਂਟ ਆਉਂਦੇ ਨੇ ਤੁਹਾਡੇ ਕੋਲ? ਮੇਰੇ ਖਿਆਲ ਮੁਤਾਬਕ ਜ਼ਿਆਦਾ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਸਕੂਲਿੰਗ ਕਿੱਥੋਂ ਦੀ ਹੈ। ਹਾਂਜੀ। ਜੇ ਬੱਚਾ ਉਹ ਵਧੀਆ ਸਕੂਲ 'ਚ ਪੜ੍ਹਿਆ, ਉਹ ਭਾਵੇਂ CBSE ਦਾ ਸਕੂਲ ਹੈ ਤੇ ਭਾਵੇਂ ਪੰਜਾਬ ਬੋਰਡ ਦਾ ਸਕੂਲ ਹੈ, ਜੇ ਉਹਦੀ ਸਕੂਲਿੰਗ ਵਧੀਆ ਹੈ ਤਾਂ ਮੇਰਾ ਖਿਆਲ ਹੈ ਉਹ ਆਸਾਨੀ ਦੇ ਨਾਲ ਜਿਹੜਾ ਆਇਲਸ ਦਾ ਐਗਜ਼ਾਮ ਹੈ ਉਸ ਨੂੰ ਕਰੈਕ ਕਰ ਲੈਂਦਾ ਹੈ। ਅੱਛਾ, ਜੇ ਆਪਾਂ ਦੇਖੀਏ ਕਿ ਬੱਚੇ ਨੂੰ ਕਿਹੜੀਆਂ ਗੱਲਾਂ ਦਾ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਦੋਂ ਮਤਲਬ 8ਵੀਂ 9ਵੀਂ 10ਵੀਂ ਤੋਂ ਲੱਗਣ ਲੱਗ ਜਾਂਦਾ ਵੀ ਯਾਰ ਇੰਗਲਿਸ਼ ਔਖੀ ਹੈ, ਮੈਨੂੰ ਆ ਨਹੀਂ ਰਹੀ, ਉਹ ਉਦੋਂ ਤੋਂ ਹੀ ਜੇ ਤਿਆਰੀ ਕੀਤੀ ਜਾਵੇ ਤਾਂ ਅੱਗੇ ਜਾ ਕੇ ਸੌਖਾ ਨਹੀਂ ਹੋ? ਐਕਚੁਅਲੀ ਬਲਵਿੰਦਰ ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਆਇਲਸ ਐਗਜ਼ਾਮ ਹੈ ਨਾ, ਇਹਦੇ ਬਾਰੇ ਤੁਹਾਨੂੰ ਥੋੜ੍ਹਾ ਦੱਸਣਾ ਚਾਹੁੰਦਾ ਹੈਗਾ। ਹਾਂਜੀ। ਇਹਦਾ ਆਪਣਾ ਕੋਈ ਸਿਲੇਬਸ ਨਹੀਂ ਹੁੰਦਾ। ਠੀਕ ਹੈ। ਆਇਲਸ ਦਾ ਆਪਣਾ ਕੋਈ ਸਿਲੇਬਸ ਨਹੀਂ ਹੁੰਦਾ ਤੇ ਇਹਦੇ ਵਿੱਚ ਹੁੰਦਾ ਕੀ ਹੈ ਵੀ ਤੁਹਾਡਾ ਇੰਗਲਿਸ਼ ਦਾ ਲੈਵਲ ਕਿਹੋ ਜਿਹਾ ਹੈ, ਦੈਟਸ ਇੰਪੋਰਟੈਂਟ। ਓਕੇ। ਉਹ ਚੀਜ਼ 'ਤੇ ਨਿਰਭਰ ਕਰਦਾ। ਜੇ ਤੁਹਾਡਾ ਬੇਸ ਅੱਛਾ ਹੈ, ਹਾਂਜੀ, ਤੁਹਾਡੀ ਫਾਊਂਡੇਸ਼ਨ ਵਧੀਆ ਹੈਗੀ ਹੈ, ਤਾਂ ਤੁਸੀਂ ਆਇਲਸ ਦਾ ਐਗਜ਼ਾਮ ਬੜੀ ਆਸਾਨੀ ਨਾਲ ਕਰੈਕ ਕਰ ਲੈਂਦੇ ਹੋ। ਤਾਂ ਬਸ ਸਾਨੂੰ ਖਿਆਲ ਥੋੜ੍ਹਾ ਜਿਹਾ ਇਹੀ ਰੱਖਣਾ ਚਾਹੀਦਾ ਕਿ ਸਾਡੀ ਗ੍ਰਾਮਰ ਜਿਹੜੀ ਹੈ ਠੀਕ ਹੋਣੀ ਚਾਹੀਦੀ ਹੈ, ਸਾਡਾ ਜਿਹੜਾ ਉਚਾਰਨ ਹੈ, ਪ੍ਰੋਨਾਂਸੀਏਸ਼ਨ, ਉਹ ਠੀਕ ਹੋਣਾ ਚਾਹੀਦਾ ਹੈ। ਹਾਂਜੀ। ਬਸ ਦੈਟਸ ਆਲ, ਹੋਰ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ। ਅੱਛਾ ਸਰ, ਮੈਂ ਦੇਖਿਆ ਕਿ ਇੱਥੇ ਅਨੇਕਾਂ ਹੀ ਸੈਂਕੜੇ, ਪੰਜਾਬ ਦੇ ਵਿੱਚ ਹਜ਼ਾਰਾਂ ਸੈਂਟਰ ਨੇ ਇੱਥੇ, ਕਿ ਆਪਣੇ ਵੀ ਇੱਥੇ ਵੀ ਆ, ਤੁਸੀਂ ਸੈਂਟਰ ਬਣਾਇਆ ਹੋਇਆ, ਤੁਹਾਡੇ ਕੋਲ ਬਹੁਤ ਬੱਚੇ ਆਉਂਦੇ ਜਾਂਦੇ ਨੇ, ਤੇ ਕੀ ਫਰਕ ਹੈ ਤੁਹਾਡੀ ਪੜ੍ਹਾਈ ਤੇ ਹੋਰਾਂ ਦੀ ਪੜ੍ਹਾਈ 'ਚ? ਕੀ ਫਰਕ ਹੈ ਕਿ ਆਇਲਸ ਇੱਕੋ ਢੰਗ ਨਾਲ ਪੜ੍ਹਾਈ ਜਾਂਦੀ ਤੇ ਇੱਕੋ ਹੀ ਰਾਹ ਹੁੰਦਾ? ਨਹੀਂ, ਅਗਰ ਬਿਲਕੁਲ ਸੇਮ ਹੀ ਸਟਾਈਲ ਹੋਵੇ, ਸੇਮ ਹੀ ਮੈਥਡ ਹੋਵੇ, ਤਾਂ ਫਿਰ ਇਹ ਨਾ ਹੋਵੇ ਕਿ ਕਿਸੇ ਕੋਲ ਬੱਚੇ ਜ਼ਿਆਦਾ ਹੋਣ ਤੇ ਕਿਸੇ ਕੋਲ ਬੱਚੇ ਘੱਟ ਹੋਣ।
ਫਰਕ ਤਾਂ ਹੁੰਦਾ ਹੈ। ਅੱਛਾ ਜੀ, ਮਤਲਬ ਤੁਹਾਡੇ ਕਹਿਣ ਦਾ ਮਤਲਬ ਤੁਹਾਡਾ ਸਟਾਈਲ ਕੁਝ ਵੱਖਰਾ ਹੈ। ਮਤਲਬ ਕੁਝ ਚੀਜ਼ਾਂ ਇਨੋਵੇਟਿਵ ਹੁੰਦੀਆਂ ਨੇ, ਤੁਸੀਂ ਕੁਝ ਨਵਾਂ ਕਰਦੇ ਹੋ, ਵੱਖਰਾਪਨ ਕਰਦੇ ਹੋ, ਹੈ ਨਾ। ਹਾਂਜੀ ਹਾਂਜੀ ਪੜ੍ਹਾਉਣ ਦੀਆਂ ਤੁਸੀਂ ਨਵੀਆਂ ਇਨੋਵੇਸ਼ਨਸ ਕਰਦੇ ਹੋ, ਕੋਈ ਨਵੀਂ ਤਕਨੀਕ ਲੱਭਦੇ ਹੋ। ਔਰ ਉਹਦੇ ਨਾਲ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਪੜ੍ਹਾਉਣ ਦਾ ਤੁਸੀਂ ਇੱਕ ਪੈਟਰਨ ਦੇ ਮੁਤਾਬਕ ਪੜ੍ਹਾ ਰਹੇ ਹੋ, ਜਿਹੜਾ ਆਇਲਸ ਦਾ ਪੈਟਰਨ ਹੈ ਨਾ, ਹਾਂਜੀ ਅਗਰ ਤੁਸੀਂ ਉਸ ਪੈਟਰਨ ਦੇ ਮੁਤਾਬਕ ਪੜ੍ਹਾ ਰਹੇ ਹੋ ਤਾਂ ਤੁਹਾਡਾ ਰਿਜ਼ਲਟ ਵਧੀਆ ਹੁੰਦਾ ਹੈ। ਠੀਕ ਹੈ ਠੀਕ ਹੈ ਤਾਂ ਅਸੀਂ ਇੱਕ ਪੈਟਰਨ ਨੂੰ ਸਟਿਕ ਕਰਦੇ ਹਾਂਜੀ ਹਾਂ, ਉਹਨੂੰ ਫੋਲੋ ਕਰਦੇ ਹਾਂ, ਤੇ ਦੈਟ ਇਜ਼ ਦਾ ਰੀਜ਼ਨ ਕਿ ਇੱਕ ਵਧੀਆ ਰਿਸਪੌਂਸ ਮਤਲਬ ਮਿਲ ਰਿਹਾ ਹੈ। ਕੋਈ ਬ੍ਰਿਲਸ ਨੇ ਕੋਈ ਵੱਖਰਾ ਮਤਲਬ ਜਿਹੜੀ ਸਮੱਗਰੀ ਹੈਗੀ, ਪੜ੍ਹਨ ਸਮੱਗਰੀ ਜਿਹੜੀ ਹੈਗੀ ਹੈ, ਉਹ ਕੁਝ ਅਲੱਗ ਤਰੀਕੇ ਨਾਲ ਵੀ ਪੈਟਰਨ ਬਣਾਇਆ? ਸਾਡੇ ਬਹੁਤ ਸਾਰੀਆਂ ਅਸਾਈਨਮੈਂਟਸ ਨੇ, ਮੇਰਾ ਖਿਆਲ ਹੈ ਵੀ ਅਸੀਂ ਬਹੁਤ ਜ਼ਿਆਦਾ ਅਸਾਈਨਮੈਂਟਸ ਦਿੰਦੇ ਹਾਂ, ਹਾਂਜੀ ਤੇ ਸਟੂਡੈਂਟਸ ਵੀ ਇਸ ਗੱਲ ਨੂੰ ਦੀ ਪੁਸ਼ਟੀ ਕਰਦੇ ਨੇ ਕਿ ਬਹੁਤ ਜ਼ਿਆਦਾ ਅਸਾਈਨਮੈਂਟਸ ਦਿੱਤੀਆਂ ਜਾਂਦੀਆਂ ਨੇ। ਸੋ ਉਹ ਜਿਹੜੀਆਂ ਅਸਾਈਨਮੈਂਟਸ ਨੇ ਮਤਲਬ ਉਹ ਵੀ ਸਟੂਡੈਂਟਸ ਵਾਸਤੇ ਬਹੁਤ ਜ਼ਿਆਦਾ ਯੂਜ਼ਫੁਲ ਹੁੰਦੀਆਂ ਨੇ, ਹਾਂਜੀ ਤੇ ਉਹਨਾਂ ਦਾ ਆਇਲਸ ਦਾ ਜਿਹੜਾ ਰਿਜ਼ਲਟ ਹੈ ਉਸ ਨੂੰ ਇੰਪਰੂਵ ਕਰਨ ਦੇ ਵਿੱਚ। ਠੀਕ ਹੈ ਠੀਕ ਸੋ ਇਹਦੇ ਵੱਲ ਵੀ ਅਸੀਂ ਵਿਸ਼ੇਸ਼ ਧਿਆਨ ਦਿੰਦੇ ਹਾਂ ਅਸਾਈਨਮੈਂਟਸ ਵੱਲ। ਅਸ਼ੋਕ ਜੀ, ਜਿਹੜਾ ਆਇਲਸ ਹੈ, ਜਿਵੇਂ ਮਤਲਬ ਇੰਗਲਿਸ਼ ਟੈਸਟ ਹੈ, ਇੰਟਰਨੈਸ਼ਨਲ ਲੈਵਲ ਤੇ ਵਧੀਆ ਚੱਲ ਰਿਹਾ, ਪੀਟੀਈ ਵੀ ਕੋਈ ਚੀਜ਼ ਹੈ ਜਾਂ ਇੱਕ ਟੋਫਲ ਆਉਂਦਾ ਸੀਗਾ, ਇਹ ਕੀ ਇਹਨਾਂ ਚੀਜ਼ਾਂ 'ਚ ਅੰਤਰ ਕਿਆ ਤੇ ਕਿਉਂ ਜਿਵੇਂ ਹੁੰਦਾ ਹੈ? ਨਹੀਂ ਦੇਖੋ, ਇਹਨਾਂ ਦੇ ਵਿੱਚ ਅੰਤਰ ਤਾਂ ਜਿਵੇਂ ਟੋਫਲ ਹੈ ਨਾ, ਉਹ ਅੰਤਰ ਤਾਂ ਸਿਰਫ ਉਹਨਾਂ ਦੇ ਜਿਹੜਾ ਐਗਜ਼ਾਮ ਦਾ, ਉਹਨਾਂ ਦਾ ਜਿਹੜੀ ਸਟ੍ਰੈਟਜੀ ਹੈ, ਉਹਨਾਂ ਦਾ ਮੈਥਡ ਹੈ, ਉਹਨਾਂ ਦਾ ਮਤਲਬ ਥੋੜ੍ਹਾ ਜਿਹਾ ਪੈਟਰਨ ਡਿਫਰੈਂਟ ਹੁੰਦਾ ਹੈ ਐਗਜ਼ਾਮ ਦਾ, ਹਾਂਜੀ ਬਸ ਇਹੀ ਫਰਕ ਹੈ। ਅਦਰਵਾਈਜ਼ ਮੇਨਲੀ ਸਾਰਿਆਂ ਦਾ, ਚਾਹੇ ਉਹ ਪੀਟੀ ਹੈ, ਚਾਹੇ ਉਹ ਆਇਲਸ ਹੈ, ਚਾਹੇ ਉਹ ਟੋਫਲ ਹੈ, ਹਾਂਜੀ ਉਹਨਾਂ ਸਾਰਿਆਂ ਦਾ ਮੇਨ ਮਕਸਦ ਇਹ ਹੈ ਕਿ ਉਹਨਾਂ ਨੇ ਸਟੂਡੈਂਟ ਦਾ ਇੰਗਲਿਸ਼ ਦਾ ਜਿਹੜਾ ਲੈਵਲ ਹੈ ਹਾਂਜੀ ਉਸ ਨੂੰ ਗੇਜ ਕਰਨਾ, ਉਸ ਨੂੰ ਮਾਪਣਾ ਹੈ ਕਿ ਉਹਨਾਂ ਦਾ ਲੈਵਲ ਕੀ ਹੈ। ਓਕੇ ਤਿੰਨਾਂ ਦਾ ਇਹ ਹੈ। ਔਰ ਵਰਲਡ ਦੇ ਵਿੱਚ ਆਮ ਤੌਰ ਤੇ ਮਤਲਬ ਕਿ ਟੋਫਲ ਤੇ ਆਇਲਸ ਪਹਿਲਾਂ ਇਹੀ ਦੋ ਐਗਜ਼ਾਮ ਹੁੰਦੇ ਸੀਗੇ ਠੀਕ ਹੈ ਜਿਨ੍ਹਾਂ ਨੂੰ ਮਾਨਤਾ ਸੀਗੀ, ਤੇ ਹੁਣ ਪੀਟੀ ਨੂੰ ਵੀ ਜਿਹੜੀ ਹੈ ਸਿਰਫ ਪਹਿਲਾਂ ਇਹ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸੀ, ਹਾਂਜੀ ਲੇਕਿਨ ਹੁਣ ਕੈਨੇਡਾ ਦੇ ਬਹੁਤ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਵੀ ਪੀਟੀ ਹੈ ਜਿਹੜੀ ਉਸ ਨੂੰ ਮਾਨਤਾ ਮਿਲੀ ਹੈ, ਤੇ ਬਹੁਤ ਸਾਰੇ ਕਾਲਜਸ ਯੂਨੀਵਰਸਿਟੀਜ਼ ਪੀਟੀ ਨੂੰ ਐਕਸੈਪਟ ਕਰਨਾ ਉਹਨਾਂ ਨੇ ਸ਼ੁਰੂ ਕਰ ਲਿਆ। ਅਸ਼ੋਕ ਜੀ, ਮੈਂ ਕਾਫੀ ਦੇਰ ਤੋਂ ਦੇਖ ਰਿਹਾ ਤੁਹਾਡਾ ਇੱਕ ਅਖਬਾਰ ਆਉਂਦਾ, ਉਹ ਮੇਰੇ ਕੋਲ ਡਬਲ ਲੈਂਗੁਏਜ ਹੈ, ਇੰਗਲਿਸ਼ ਤੇ ਪੰਜਾਬੀ 'ਚ, ਉਹਦਾ ਕੀ ਮਕਸਦ ਹੈ? ਇੰਗਲਿਸ਼ ਤੇ ਹਿੰਦੀ ਜੀ। ਅੱਛਾ, ਇੰਗਲਿਸ਼ ਤੇ ਹਿੰਦੀ ਦਾ ਜਿਹੜਾ ਹੁੰਦਾ ਉਹਦਾ ਕੋਈ ਮੰਤਵ ਹੈ ਤੁਹਾਡਾ ਜਾਂ ਉਹ ਵੈਸੇ ਹੀ ਕੱਢਿਆ ਜਾਂਦਾ? ਉਹ ਜਿਹੜਾ ਅਖਬਾਰ ਹੈ ਉਹਦਾ ਨਾਮ ਹੈਗਾ ਜੀ ਬ੍ਰਿਲਸ ਐਕਸਪ੍ਰੈਸ, ਰਾਈਟ। ਜਿਵੇਂ ਤੁਸੀਂ ਸਟਾਰਟਿੰਗ ਦੱਸਿਆ ਵੀ ਸ਼ਾਇਦ ਇੰਗਲਿਸ਼ ਜਾਂ ਪੰਜਾਬੀ 'ਚ ਹੈ, ਤੇ ਬਿਲਕੁਲ ਉਹ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹੀ ਹੁੰਦਾ ਸੀ ਜਦੋਂ ਅਸੀਂ ਉਸ ਨੂੰ ਸ਼ੁਰੂ ਕੀਤਾ ਸੀ, ਠੀਕ ਹੈ ਜੀ, ਰਾਈਟ। ਲੇਕਿਨ ਹੁਣ ਕਿਉਂਕਿ ਇਹ ਅਖਬਾਰ ਮਤਲਬ ਬਾਹਰਲੀਆਂ ਸਟੇਟਸ ਦੇ ਵਿੱਚ ਜਿਵੇਂ ਕਿ ਯੂਪੀ, ਬਿਹਾਰ, ਰਾਈਟ, ਉਹਨਾਂ ਸਟੇਟਸ ਦੇ ਵਿੱਚ ਬਹੁਤ ਜ਼ਿਆਦਾ ਪੜ੍ਹਿਆ ਜਾਂਦਾ ਹੈ, ਤੇ ਇਸ ਕਰਕੇ ਅਸੀਂ ਜਿਹੜੀ ਟਰਾਂਸਲੇਸ਼ਨ ਹੈ ਉਹ ਇੰਗਲਿਸ਼ ਦੇ ਨਾਲ ਪੰਜਾਬੀ ਦੀ ਥਾਂ ਤੇ ਹਿੰਦੀ ਕਰ ਦਿੱਤੀ, ਕਿਉਂਕਿ ਇਸ ਨੂੰ ਹੁਣ ਨੈਸ਼ਨਲ ਲੈਵਲ ਤੇ ਜਿਹੜਾ ਹੈ ਪੜ੍ਹਿਆ ਜਾਂਦਾ ਹੈ। ਮਤਲਬ ਆਨਲਾਈਨ ਤੁਸੀਂ ਇਹਦੀਆਂ ਤਕਰੀਬਨ 1 ਲੱਖ ਦੇ ਕਰੀਬ ਜਿਹੜੀ ਹੈ ਇਹਦੀ ਰੀਡਰਸ਼ਿਪ ਹੈ। ਤੁਸੀਂ ਟੈਲੀਗ੍ਰਾਮ ਖੋਲ੍ਹ ਕੇ ਦੇਖੋਗੇ, ਟੈਲੀਗ੍ਰਾਮ ਦੇ ਉੱਪਰ ਹੀ ਜਿਹੜੇ ਅਸੀਂ ਦੇਖ ਸਕਦੇ ਹਾਂ ਕਿ 3 ਇਹਨਾਂ ਦੇ ਗਰੁੱਪ ਮਿਲਣਗੇ ਜਿਨ੍ਹਾਂ ਦੇ ਇਕੱਲੇ ਟੈਲੀਗ੍ਰਾਮ ਤੇ ਹੀ 60,000 ਜਿਹੜਾ ਇਹ ਡੇਲੀ ਅਖਬਾਰ ਪੜ੍ਹਿਆ ਜਾਂਦਾ ਹੈ। ਓਕੇ, ਬਾਕੀ ਇਹਨੂੰ ਸਬਸਕ੍ਰਾਈਬ ਕਰਦੇ ਨੇ। ਔਰ ਯੂਪੀ ਤੇ ਬਿਹਾਰ ਹਾਂਜੀ ਦੇ ਵਿੱਚੋਂ ਤਾਂ ਰੈਗੂਲਰਲੀ ਸਾਨੂੰ ਫੋਨ ਕਾਲਸ ਆਉਂਦੀਆਂ ਨੇ ਕਿ ਸਾਨੂੰ ਤੁਸੀਂ ਉੱਥੇ ਜਿਹੜੀ ਇਹਦੀ ਹਾਰਡ ਕਾਪੀ ਪ੍ਰੋਵਾਈਡ ਕਰਾਇਆ ਜਾਵੇ, ਕਿਉਂਕਿ ਉੱਥੇ ਜਿਹੜੇ ਸਟੂਡੈਂਟਸ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ ਹਾਂਜੀ ਉਹਨਾਂ ਦੇ ਵਿੱਚ ਇਹ ਅਖਬਾਰ ਬਹੁਤ ਮਕਬੂਲ ਹੈ, ਤੇ ਬਹੁਤ ਸਾਰੇ ਸਟੂਡੈਂਟਸ ਇਸ ਅਖਬਾਰ ਨੂੰ ਓਕੇ ਪੜ੍ਹਦੇ ਨੇ। ਓਕੇ, ਸੋ ਜੇ ਤੁਸੀਂ ਆਪਣੀ ਕੋਈ ਵੀ ਸਟੂਡੈਂਟ ਆਪਣੀ ਇੰਗਲਿਸ਼ ਇੰਪਰੂਵ ਕਰਨਾ ਚਾਹੁੰਦਾ ਹੈ, ਹਾਂਜੀ ਉਹਦੇ ਵਾਸਤੇ ਬ੍ਰਿਲਸ ਐਕਸਪ੍ਰੈਸ ਇੱਕ ਬਹੁਤ ਵਧੀਆ ਅਖਬਾਰ ਹੈ। ਉਹਦਾ ਰੀਜ਼ਨ ਇਹ ਹੈ ਕਿ ਇਹ ਇੰਡੀਆ ਦਾ ਇੱਕੋ ਇੱਕ ਅਖਬਾਰ ਹੈ। ਦਿਸ ਇਜ਼ ਦਾ ਓਨਲੀ ਨਿਊਜ਼ਪੇਪਰ ਜਿਹਦੇ ਵਿੱਚ ਕਿ ਇੰਗਲਿਸ਼ ਦੀ ਹਰੇਕ ਖਬਰ ਦੀ ਹਾਂਜੀ ਨਾਲ ਹਿੰਦੀ 'ਚ ਟਰਾਂਸਲੇਸ਼ਨ ਹੁੰਦੀ ਹੈ। ਓਕੇ, ਸਿਰਫ ਇੰਨੀ ਨਹੀਂ, ਹਰੇਕ ਉਸ ਖਬਰ ਦੇ ਵਿੱਚ ਜਿੰਨੇ ਵੀ ਡਿਫਿਕਲਟ ਵਰਡਸ ਹੁੰਦੇ ਆ ਅੱਛਾ, ਉਹਨਾਂ ਦੇ ਮੀਨਿੰਗ ਹੁੰਦੇ। ਔਰ ਬਲਵਿੰਦਰ ਜੀ, ਇਹਦੇ ਵਿੱਚ ਸਿਰਫ ਖਬਰਾਂ ਦੀ ਟਰਾਂਸਲੇਸ਼ਨ ਨਹੀਂ ਹੁੰਦੀ, ਹਾਂਜੀ ਜਿਹੜਾ ਹੋਰ ਮਟੀਰੀਅਲ ਵੀ ਹੁੰਦਾ ਹੈ, ਠੀਕ ਹੈ ਜੀ, ਰਾਈਟ। ਮੰਨ ਲਓ ਕੋਈ ਕਹਾਣੀ ਛਪਦੀ ਹੈ, ਸਟੋਰੀ ਛਪਦੀ ਹੈ, ਠੀਕ ਉਹ ਇੰਗਲਿਸ਼ 'ਚ ਹੁੰਦੀ ਹੈ, ਉਹਦੀ ਵੀ ਹਿੰਦੀ 'ਚ ਟਰਾਂਸਲੇਸ਼ਨ ਹੈ। ਓਕੇ, ਜੇ ਕੋਈ ਆਰਟੀਕਲ ਛਪਦੇ ਆ ਉਹਨਾਂ ਦੀ ਵੀ ਨਾਲ ਟਰਾਂਸਲੇਸ਼ਨ ਹੈ। ਠੀਕ ਹੈ ਠੀਕ। ਸੋ ਇਸ ਤਰ੍ਹਾਂ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਇੱਕ ਬਿਲਕੁਲ ਨਵੇਕਲਾ ਇੱਕੋ ਇੱਕ ਅਖਬਾਰ ਹੈ। ਸਰ, ਜਿਸ ਤਰ੍ਹਾਂ ਕੋਵਿਡ ਆਇਆ ਸੀ ਉਹਦੇ ਵਿੱਚ ਕਿਉਂਕਿ ਮਤਲਬ ਆਫਲਾਈਨ ਕਲਾਸ ਲੱਗ ਨਹੀਂ ਰਹੀ ਸੀ, ਆਨਲਾਈਨ ਕਲਾਸਿਸ ਹੋਈਆਂ, ਉਹਦਾ ਕੋਈ ਬੱਚਿਆਂ ਨੂੰ ਨੁਕਸਾਨ ਹੋਇਆ ਜਾਂ ਕੋਈ ਫਾਇਦਾ ਹੋਇਆ? ਆਨਲਾਈਨ ਪੜ੍ਹਾਈ ਮਤਲਬ ਮੈਂ ਸੁਣਿਆ ਕਿ ਆਨਲਾਈਨ ਪੜ੍ਹਾਈ ਉਨੀ ਵਧੀਆ ਨਹੀਂ ਹੁੰਦੀ ਜਿੰਨੀਆਂ ਟੀਚਰ ਸਾਹਮਣੇ ਬੈਠ ਕੇ ਪੜ੍ਹਾ ਸਕਦਾ। ਨਹੀਂ, ਮੇਰਾ ਖਿਆਲ ਹੈ ਵੀ ਇਹ ਹੁਣ ਜਿਹੜੀ ਇੱਕ ਧਾਰਨਾ ਹੈ ਉਹ ਖਤਮ ਹੋ ਰਹੀ ਹੈ। ਹਾਂਜੀ,
ਠੀਕ ਹੈ ਨਾ। ਜਿਹੜੀ ਆਨਲਾਈਨ ਟੀਚਿੰਗ ਹੈ ਉਦੋਂ ਨਹੀਂ ਵਧੀਆ ਹੁੰਦੀ ਸੀਗੀ ਜਦੋਂ ਨੈਟਵਰਕ ਦੀ ਵੀ ਪ੍ਰੋਬਲਮ ਹੁੰਦੀ ਸੀਗੀ। ਹਾਂਜੀ ਹਾਂਜੀ ਠੀਕ ਹੈ ਨਾ। ਹੁਣ ਤਾਂ ਜਿਹੜਾ ਨੈਟਵਰਕ ਹੈ ਉਹ ਇੰਨਾ ਜ਼ਿਆਦਾ ਵਧੀਆ ਹੈ, ਹਾਂਜੀ ਤਾਂ ਹੁਣ ਮੇਰਾ ਖਿਆਲ ਹੈ ਵੀ ਕੋਈ ਆਨਲਾਈਨ ਦੀ ਕੋਈ ਪ੍ਰੋਬਲਮ ਨਹੀਂ। ਪਿੰਡਾਂ ਦੇ ਵਿੱਚ ਵੀ ਬੜੇ ਵਧੀਆ ਤਰੀਕਿਆਂ ਦੇ ਨਾਲ। ਹਾਂਜੀ ਹਾਂ, ਇੰਨਾ ਕੁ ਜ਼ਰੂਰ ਹੈ ਹਾਂਜੀ ਵੀ ਸਟੂਡੈਂਟਸ ਅਗਰ ਜਿਹੜੀ ਜਦੋਂ ਪੜ੍ਹਦੇ ਨੇ ਹਾਂਜੀ ਉਹ ਮੋਬਾਈਲ ਤੇ ਪੜ੍ਹਨ ਦੀ ਥਾਂ ਤੇ ਇੱਕ ਲੈਪਟਾਪ ਲੈ ਲੈਣ ਹਾਂਜੀ ਤਾਂ ਫਿਰ ਮੇਰਾ ਖਿਆਲ ਹੈ ਵੀ ਕੋਈ ਉਹਦੇ ਵਿੱਚ ਮਹਿਸੂਸ ਨਹੀਂ ਹੁੰਦਾ। ਲੈਪਟਾਪ ਦੇ ਵਿੱਚ ਬੜੇ ਵਧੀਆ ਢੰਗ ਨਾਲ ਜਿਹੜਾ ਹੈ ਉਹ ਜਿਹੜੀ ਆਨਲਾਈਨ ਕੋਚਿੰਗ ਉਹ ਲੈ ਸਕਦੇ ਨੇ। ਤੇ ਵੈਸੇ ਆਨਲਾਈਨ ਕੋਚਿੰਗ ਜਿਹੜੀ ਹੁੰਦੀ ਹੈ ਉਹ ਕੰਪੈਰੀਟਿਵਲੀ ਹਾਂਜੀ ਘੱਟ ਐਕਸਪੈਂਸਿਵ ਹੁੰਦੀ ਹੈ। ਓਕੇ ਤੁਸੀਂ ਇਹ ਸਮਝ ਸਕਦੇ ਹੋ ਕਿ ਉਹਨਾਂ ਦਾ ਲੈਪਟਾਪ ਦਾ ਖਰਚਾ ਉਹਦੇ ਵਿੱਚੋਂ ਨਿਕਲ ਸਕਦਾ ਹੈ। ਤੇ ਜੇ ਆਪਾਂ ਆਨਲਾਈਨ ਕੋਚਿੰਗ ਲਈਏ ਤਾਂ ਅਸੀਂ ਉਹ ਸ਼ੁਰੂ ਕਰਨ ਜਾ ਰਹੇ ਹਾਂ। ਓਕੇ ਆਨਲਾਈਨ ਕੋਚਿੰਗ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸਾਰੇ ਮੋਡਿਊਲ ਹਾਂਜੀ ਮਤਲਬ ਚਾਰੋਂ ਦੇ ਚਾਰੋਂ ਮੋਡਿਊਲਸ ਨੇ ਜਿਹੜੇ ਉਹ ਆਨਲਾਈਨ ਦੇ ਵਿੱਚ ਕੀਤੇ ਜਾਣਗੇ। ਤਾਂ ਸਟੂਡੈਂਟਸ ਉਸ ਨੂੰ ਜੁਆਇਨ ਕਰ ਸਕਦੇ ਨੇ, ਹਾਂਜੀ ਰਾਈਟ। ਤਾਂ ਦਿਸ ਇਜ਼ ਅ ਮੈਟਰ ਆਫ ਜਸਟ 10 ਔਰ 15 ਡੇਜ਼। ਓਕੇ ਤੇ ਸਾਰਾ ਕੁਝ ਤਿਆਰ ਕੀਤਾ ਹੋਇਆ ਹੈ ਠੀਕ ਹੈ ਜੀ। ਤੇ ਬਸ ਜਲਦੀ ਹੀ ਉਹ ਇਹ ਕਲਾਸ ਫਿਰ ਲਾਈਵ ਚੱਲਿਆ ਕਰੇਗੀ? ਇਹ ਲਾਈਵ ਚੱਲੇਗੀ। ਓਕੇ, ਮਤਲਬ ਸਵਾਲ ਜਵਾਬ ਹੋ ਸਕਦੇ ਨੇ ਮਤਲਬ? ਬਿਲਕੁਲ ਬਿਲਕੁਲ ਲਾਈਵ ਕਲਾਸ ਚੱਲੇਗੀ। ਹਾਂਜੀ 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 ਇਹ ਸਰ ਜਿਹੜੀ ਇਹਦੀ ਰਿਕਾਰਡਿੰਗ ਹੁੰਦੀ ਹੈ ਉਹ ਪਈ ਰਹੇਗੀ ਉੱਥੇ, ਮਤਲਬ ਬੱਚਾ ਬਾਅਦ ਚ ਵੀ ਦੇਖ ਸਕਦਾ? ਕਿਉਂਕਿ ਹਾਂ ਨਹੀਂ, ਬਾਅਦ ਉੱਥੇ ਰਿਕਾਰਡਿੰਗ ਤਕਰੀਬਨ ਹਫ਼ਤਾ ਤੱਕ ਉੱਥੇ ਪਈ ਰਹਿੰਦੀ ਹੈ ਓਕੇ ਤੇ ਇੱਕ ਹਫ਼ਤੇ ਬਾਅਦ ਉਹਨੂੰ ਰਿਮੂਵ ਕੀਤਾ ਜਾਂਦਾ ਹੈ। ਹਾਂਜੀ ਹਾਂ, ਮੰਨ ਲਓ ਬਾਈ ਚਾਂਸ ਸਟੂਡੈਂਟਸ ਆਨਲਾਈਨ ਕਲਾਸ ਨਹੀਂ ਲਾ ਸਕਦਾ ਜਾਂ ਕੋਈ ਪ੍ਰੋਬਲਮ ਆ ਜਾਂਦੀ ਉਸ ਟਾਈਮ ਤੇ, ਓਕੇ ਓਕੇ ਤਾਂ ਫਿਰ ਉਹ ਬਾਅਦ ਦੇ ਵਿੱਚ ਦੇਖ ਸਕਦਾ ਹੈ। ਅੱਛਾ, ਬਾਅਦ ਚ ਵੀ ਦੇਖ ਸਕਦਾ? ਜੀ ਜੀ, ਇੱਕ ਹਫ਼ਤੇ ਵਾਸਤੇ ਰਿਕਾਰਡਿੰਗ ਉੱਥੇ ਰਹੇਗੀ। ਚਲੋ, ਮਤਲਬ ਇਹ ਵਧੀਆ ਗੱਲ ਹੈ ਕਿ ਉਹਨੂੰ ਕਈ ਵਾਰ ਕੋਈ ਚੀਜ਼ ਸਮਝ ਨਹੀਂ ਆਉਂਦੀ, ਦੁਬਾਰਾ ਦੋ ਵਾਰੀ ਚਾਰ ਵਾਰੀ ਬੱਚਾ ਸੋਚ ਸਕਦਾ। ਸਰ ਇਹਦੀ ਕੋਈ ਆਨਲਾਈਨ ਦੀ ਫੀਸ ਉਸ ਤੋਂ ਘੱਟ ਹੋਏਗੀ ਜਿਵੇਂ ਤੁਸੀਂ ਕਾਫੀ ਦੱਸਿਆ? ਘੱਟ ਹੈ ਜੀ। ਉਹ ਅਸੀਂ ਉਹਦੇ ਵਿੱਚ ਸਾਰਾ ਕੁਝ ਉਹਦੇ ਵਿੱਚ ਪਾ ਰਹੇ ਹਾਂ, ਤਾਂ ਉਹਦੇ ਨਾਲੋਂ ਕਾਫੀ ਜ਼ਿਆਦਾ ਘੱਟ ਹੁੰਦੀ ਹੈ। ਇਸੇ ਕਰਕੇ ਮੈਂ ਕਹਿ ਰਿਹਾ ਵੀ ਬੱਚੇ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਅੱਛਾ, ਉਹ ਲੈਪਟਾਪ ਦਾ ਖਰਚਾ ਜਿਹੜਾ ਕੱਢ ਰਹੇ ਹੋ ਤੁਸੀਂ ਇਹੀ ਕਰਦੇ ਹਾਂ ਹੋ? ਹਾਂ ਬਿਲਕੁਲ ਬਿਲਕੁਲ। ਕਿਉਂਕਿ ਘੱਟ ਹੋਣ ਦਾ ਕਾਰਨ ਇਹ ਹੁੰਦਾ ਹੈ, ਦੇਖੋ ਬੱਚੇ ਨੂੰ ਵੀ ਬਹੁਤ ਸੁਵਿਧਾ ਹੈ। ਆਪਣਾ ਘਰ ਬੈਠਾ ਅੱਜ ਕੱਲ੍ਹ ਇੰਨੀ ਜ਼ਿਆਦਾ ਗਰਮੀ ਹੈ, ਹਾਂਜੀ ਉਹਨੂੰ ਜਾਣ ਦੀ ਲੋੜ ਨਹੀਂ, ਉਹਦਾ ਕਿਰਾਇਆ ਬਚ ਗਿਆ, ਬਿਲਕੁਲ ਬਿਲਕੁਲ ਰਾਈਟ। ਆਪਣਾ ਘਰ ਬੈਠ ਕੇ ਪੜ੍ਹ ਰਿਹਾ ਹੈ। ਤੇ ਜੇ ਬੱਚਾ ਪੀਜੀ 'ਚ ਰਹਿੰਦਾ ਤਾਂ ਪੀਜੀ ਦਾ ਕਿਰਾਇਆ ਬਚ ਗਿਆ, ਬਿਲਕੁਲ ਠੀਕ ਹੈ ਨਾ ਜੀ। ਤੇ ਫਿਰ ਜਦੋਂ ਮਰਜ਼ੀ ਉਹਨੂੰ ਬਹਿ ਕੇ ਸੁਣ ਸਕਦਾ, ਜਿੰਨੇ ਵਾਰੀ ਮਰਜ਼ੀ ਸੁਣ ਸਕਦਾ ਹੈ। ਹਾਂਜੀ ਹਾਂਜੀ ਸੋ ਇਹ ਸਾਰੀਆਂ ਸਹੂਲਤਾਂ ਆਨਲਾਈਨ ਕੋਚਿੰਗ ਦੇ ਵਿੱਚ ਹੈਗੀਆਂ ਨੇ। ਕੀ ਫਰਕ ਹੈ ਕਿ ਬਹੁਤ ਸਾਰੇ ਵਿਕਸਿਤ ਦੇਸ਼ਾਂ ਦਾ ਰੁੱਖ ਕਰ ਚੁੱਕੇ ਨੇ ਸਾਡੇ ਨੌਜਵਾਨ ਪੀੜ੍ਹੀ, ਲਗਾਤਾਰ ਕੋਈ ਕੈਨੇਡਾ ਭੱਜ ਰਿਹਾ, ਕੋਈ ਅਮਰੀਕਾ ਭੱਜ ਰਿਹਾ। ਜੋ ਇਹ ਕੀ ਫਰਕ ਹੈ, ਕੀ ਕਾਰਨ ਹੈ? ਡਾਲਰਾਂ ਦੀ ਚਮਕ ਕਿੰਨੀ ਕੁ ਤਿੱਖੀ ਹੈ ਕਿ ਸਾਨੂੰ ਖਿੱਚੀ ਜਾ ਰਹੀ ਆ ਉਹ? ਤੁਸੀਂ ਬਲਵਿੰਦਰ ਜੀ ਇੱਕ ਚੀਜ਼ ਦੇਖੋ, ਸਿਰਫ ਡਾਲਰਾਂ ਦੀ ਖਿੱਚ ਨਹੀਂ ਹੈਗੀ ਹਾਂਜੀ ਜਿਹੜੀ ਮੈਂ ਸਮਝਦਾ, ਸਿਰਫ ਡਾਲਰਾਂ ਦੀ ਖਿੱਚ ਨਹੀਂ ਹੈ। ਹਾਂਜੀ ਤੁਸੀਂ ਇਹ ਦੇਖੋ ਵੀ ਇਕੱਲੇ ਸਟੂਡੈਂਟਸ ਨਹੀਂ ਜਾ ਰਹੇ। ਹਾਂਜੀ ਤੁਸੀਂ ਅੱਜ ਪੰਜਾਬ 'ਚ ਗੱਲ ਕਰਕੇ ਵੇਖ ਲਓ, ਬਹੁਤ ਸਾਰੇ ਵਪਾਰੀ, ਹਾਂਜੀ ਬਹੁਤ ਸਾਰੇ ਈਵਨ ਮੁਲਾਜ਼ਮ, ਹਾਂਜੀ ਉਹ ਕਹਿੰਦੇ ਯਾਰ ਇੱਥੋਂ ਛੱਡ ਕੇ ਇਹਦਾ ਬਾਹਰ ਜਾਣਾ ਹੈਗਾ। ਹਾਂਜੀ ਈਵਨ ਸਕਸੈਸਫੁਲ ਬਿਜ਼ਨਸਮੈਨ ਉਹ ਵੀ ਛੱਡ ਕੇ ਇੱਥੋਂ ਜਾਣਾ ਚਾਹੁੰਦੇ ਨੇ, ਹਾਂਜੀ। ਕਹਿੰਦੇ ਯਾਰ ਪੀਆਰ ਲੈ ਕੇ ਰੱਖ ਲਓ, ਠੀਕ ਹੈ ਨਾ। ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਤੁਸੀਂ ਸਹੀ ਹੋ, ਕੋਈ ਗਲਤ ਕੰਮ ਨਹੀਂ ਕਰਦੇ, ਹਾਂਜੀ ਤਾਂ ਤੁਹਾਨੂੰ ਕੋਈ ਡਰ ਨਹੀਂ ਹੈ ਉੱਥੇ, ਬਿਲਕੁਲ ਤੁਹਾਨੂੰ ਕੋਈ ਫੀਅਰ ਨਹੀਂ ਹੈ। ਸੋ ਸਾਡਾ ਜਿਹੜਾ ਮਤਲਬ ਕਿ ਇੱਥੇ ਹਾਲਾਤ ਨੇ ਥੋੜ੍ਹੇ ਵੱਖਰੇ ਨੇ। ਬਿਲਕੁਲ ਬਿਲਕੁਲ ਇਹ ਕਾਰਨ ਹੈ ਕਿ ਲੋਕ, ਬਾਕੀ ਨਸ਼ਾ ਪੰਜਾਬ ਦੇ ਵਿੱਚ ਜਿਹੜਾ ਸੀਗਾ, ਮਤਲਬ ਇਹਨਾਂ ਕਾਰਨਾਂ ਤੋਂ ਲੋਕ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਣਾ ਚਾਹੁੰਦੇ ਨੇ। ਸੋ ਸਿਰਫ ਡਾਲਰਾਂ ਦੀ ਖਿੱਚ ਨਹੀਂ ਹੈਗੀ, ਹਾਂਜੀ ਤੇ ਸੋ ਉਹ ਸਾਰੀਆਂ ਚੀਜ਼ਾਂ ਨੇ ਜਿਹਦੇ ਕਰਕੇ ਲੋਕ ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ। ਸਰ, ਮੈਂ ਲਾਸਟ 'ਚ ਇੱਕ ਕੁਐਸਚਨ ਇਹ ਜ਼ਰੂਰ ਪੁੱਛਾਂਗਾ ਕਿ ਤੁਸੀਂ ਅਗਲੀ ਪੀੜ੍ਹੀ ਨੂੰ ਖਾਸ ਕਰ ਇੰਗਲਿਸ਼ ਦੇ ਸੰਬੰਧ 'ਚ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਇੰਗਲਿਸ਼ ਨੂੰ ਕਿਵੇਂ ਜੇ ਲੈਣ? ਕਿਵੇਂ ਜੇ ਤਾਂ ਦੇਖੋ ਇਸ ਤਰ੍ਹਾਂ ਹੈ ਬਲਵਿੰਦਰ ਜੀ, ਮੈਂ ਸਮਝਦਾ ਵੀ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਇੱਕ ਇੰਗਲਿਸ਼ ਨੂੰ ਹਾਊਆ ਸਮਝਦੇ ਆ, ਇੱਕ ਤਾਂ ਉਹ ਨਹੀਂ ਹੋਣਾ ਚਾਹੀਦਾ। ਮਤਲਬ ਇੰਗਲਿਸ਼ ਕੋਈ ਜ਼ਿਆਦਾ ਡਿਫਿਕਲਟ ਲੈਂਗੁਏਜ ਨਹੀਂ ਹੈਗੀ। ਕੋਈ ਵੀ ਲੈਂਗੁਏਜ ਸਿੱਖਣੀ ਹੋਵੇ, ਸਾਨੂੰ ਉਹਦੇ ਵਿੱਚ ਇੰਟਰਸਟ ਹੋਣਾ ਚਾਹੀਦਾ, ਦਿਲਚਸਪੀ ਹੋਵੇ, ਹਾਂਜੀ ਤਾਂ ਅਸੀਂ ਮਤਲਬ ਕਿ ਆਰਾਮ ਨਾਲ ਉਹ ਸਿੱਖ ਸਕਦੇ ਹਾਂ। ਔਰ ਦੂਜੀ ਗੱਲ ਹੈ, ਸਾਨੂੰ ਸਿਲੈਕਸ਼ਨ ਵਧੀਆ ਹੋਣੀ ਚਾਹੀਦੀ ਹੈ ਵੀ ਅਸੀਂ ਇੰਗਲਿਸ਼ ਸਿੱਖਣੀ ਕਿੱਥੋਂ ਹੈ, ਰਾਈਟ। ਜੇ ਅਸੀਂ ਸਹੀ ਥਾਂ ਤੇ ਪਹੁੰਚ ਜਾਈਏ, ਜਿੱਥੇ ਸਾਨੂੰ ਸੌਖੇ ਤਰੀਕੇ ਨਾਲ, ਵਧੀਆ ਤਰੀਕੇ ਦੇ ਨਾਲ, ਇਨੋਵੇਟਿਵ ਮੈਥਡ ਦੇ ਨਾਲ ਮਤਲਬ ਇੰਗਲਿਸ਼ ਪੜ੍ਹਾਈ ਜਾਂਦੀ ਹੈ, ਤਾਂ ਇੰਗਲਿਸ਼ ਸਿੱਖਣਾ ਹੋਰ ਸੌਖਾ ਹੋ ਜਾਂਦਾ ਹੈ। ਹਾਂਜੀ ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਜੇ ਅਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਸੁਭਾਵਿਕ ਤੌਰ 'ਤੇ ਅਸੀਂ ਬਹੁਤ ਜਲਦੀ ਜਿਹੜੀ ਹੈ ਇੰਗਲਿਸ਼ ਸਿੱਖ ਲਵਾਂਗੇ। ਸਰ, ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਡੇ ਦਰਸ਼ਕਾਂ ਤੇ ਵਿਦਿਆਰਥੀਆਂ ਨੂੰ ਮਤਲਬ ਬੜੇ ਵਧੀਆ ਢੰਗ ਨਾਲ ਸਮਝਾਇਆ ਕਿ ਇੰਗਲਿਸ਼ ਕਿੰਨੀ ਸੌਖੀ ਹੈ। ਤੇ ਦਰਸ਼ਕੋ, ਮੈਂ ਵੀ ਸਮਝਦਾ ਕਿ ਇੰਗਲਿਸ਼ ਵਾਕਈ ਸੌਖੀ ਹੈ, ਕਿ ਇਹਦੇ 'ਚ ਕੋਈ ਲਗਾ ਮਾਤਰਾ ਵੀ ਨਹੀਂ ਹੁੰਦੀ, ਠੀਕ ਹੈ।
ਕਿ ਆਪਦੀ ਜਿਹੜੀ ਭਾਸ਼ਾ ਹੁੰਦੀ ਉਹਦੇ ਵਰਗੀ ਰੀਸ ਨਹੀਂ। ਪੰਜਾਬੀ ਦਾ ਬੈਸਟ ਹੈਗੀ ਹੈ, ਨੋ ਪ੍ਰੋਬਲਮ ਹੈਗੀ ਹੈ। ਹਿੰਦੀ ਵੀ ਆਪਣੀ ਭਾਸ਼ਾ ਹੈ, ਉਹ ਵੀ ਵਧੀਆ ਹੈ। ਪਰ ਇੰਗਲਿਸ਼ ਕੋਈ ਔਖੀ ਗੱਲ ਨਹੀਂ ਹੈ, ਇਹਨੂੰ ਬੜੇ ਵਧੀਆ ਢੰਗ ਨਾਲ ਸਿੱਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਇਹਨੂੰ ਹਊਆ ਬਣਾਉਣ ਦੀ ਲੋੜ ਨਹੀਂ ਤੇ ਅਸੀਂ ਇੰਗਲਿਸ਼ ਵਧੀਆ ਢੰਗ ਨਾਲ ਸਿੱਖ ਸਕਦੇ ਹਾਂ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।